ਮੈਂ ਆਈ ਸਰ। ਸ਼ੋਰ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਰਾਹੁਲ, ਕੀ ਹਾਲ ਹੈ ਰਾਹੁਲ? ਵਧੀਆ ਸਰ, ਵਧੀਆ ਜੀ। ਕਿੱਥੋਂ? ਲੁਧਿਆਣੇ ਤੋਂ? ਲੁਧਿਆਣੇ ਤੋਂ ਸਰ। ਅੱਛਾ। ਸੋ ਬੈਚਲਰਸ ਕੀਤੀ ਹੈ, ਮਾਸਟਰਸ ਕੀਤੀ ਹੈ, ਆਇਲਸ ਦੇ ਵਿੱਚ 6 ਬੈਂਡ ਹੈ, 1 ਚੋਂ 5.5 ਹੈ, ਕੈਨੇਡਾ USA ਐਂਡ 2 ਵਾਰ ਤੁਸੀਂ ਕਿਹਾ ਜੀ ਕੈਨੇਡਾ ਤੁਹਾਡਾ ਰਿਫਿਊਜ਼ ਹੈ। ਹਾਂਜੀ, ਕੈਨੇਡਾ ਰਿਫਿਊਜ਼। ਕੈਨੇਡਾ ਕਦੋਂ ਰਿਫਿਊਜ਼ ਹੋਇਆ? ਕਿਹੜੇ ਕਾਲਜ ਰਿਫਿਊਜ਼ ਕੀਤਾ? ਕੈਨੇਡਾ ਦਾ ਸਰ ਬੇਸਿਕਲੀ ਮੌਂਟਰੀਅਲ ਦੇ ਵਿੱਚ ਇੱਕ ਮੇਰਾ ਰੀਸੈਂਟਲੀ ਰਿਫਿਊਜ਼ ਹੋਇਆ ਸੀਗਾ ਜਨਵਰੀ 2021 ਇਨਟੇਕ 'ਚ ਤੇ ਅਪਲਾਈ ਕੀਤਾ ਸੀ, ਤੇ ਇਸ ਤੋਂ ਪਹਿਲਾਂ ਮੇਰਾ ਸਤੰਬਰ 2020 ਇਨਟੇਕ ਲਈ। ਅੱਛਾ, ਸਪਟੈਂਬਰ 2020 ਵਾਸਤੇ? ਹਾਂਜੀ। ਓਕੇ, ਸੋ ਬਹੁਤ ਟਾਈਮ ਤੁਹਾਡਾ ਕੈਨੇਡਾ ਵਾਸਤੇ ਰਿਜੈਕਟਡ ਸੀ? ਹਾਂਜੀ। ਓਕੇ ਫਾਈਨ। ਤੇ ਹੁਣ ਤੁਸੀਂ ਦੁਬਾਰਾ ਕੈਨੇਡਾ ਜਾਂ USA ਬਾਰੇ ਪੁੱਛਣਾ ਚਾਹੁੰਦੇ ਹੋ? ਹੁਣ ਤਾਂ ਸਰ ਬੇਸਿਕਲੀ ਕੈਨੇਡਾ ਮੇਰਾ ਤਾਂ ਆਲਰੇਡੀ 2 ਵਾਰ ਰਿਫਿਊਜ਼ ਹੋ ਚੁੱਕਾ। ਹੁਣ ਤੁਹਾਡੇ ਸਾਹਮਣੇ ਮੇਰੀ ਪ੍ਰੋਫਾਈਲ ਸਾਰੀ ਹੈਗੀ ਹੈ, ਪ੍ਰੋਫਾਈਲ ਮੇਰੀ ਗੁੱਡ ਹੈ, ਸਟੱਡੀਜ਼ ਵੀ ਨੇ, ਪਰ ਹੁਣ ਮੇਰੀ ਆਇਲਸ ਐਕਸਪਾਇਰ ਹੋਣ ਵਾਲੀ ਹੈ ਐਂਡ ਤੁਸੀਂ ਦੇਖੋ ਮੈਂ USA ਜਾਂ ਕੈਨੇਡਾ ਦੇ ਵਿੱਚੋਂ ਕੋਈ ਆਪਸ਼ਨ ਚੂਜ਼ ਕਰ। ਸੋ ਆਇਲਸ ਕਦੋਂ ਐਕਸਪਾਇਰ ਹੋ ਰਹੀ ਹੈ? ਆਇਲਸ ਸਰ ਮੇਰੀ ਸਤੰਬਰ ਦੇ ਵਿੱਚ ਐਕਸਪਾਇਰ ਹੋ ਰਹੀ ਹੈ। ਸਪਟੈਂਬਰ 2021? ਹਾਂਜੀ। ਸੋ ਰਾਹੁਲ, 2-3 ਚੀਜ਼ਾਂ ਜਿਹੜਾ ਤੂੰ ਕਿਹਾ ਨਾ ਕਿ ਵੀ ਤੇਰੀ ਪ੍ਰੋਫਾਈਲ ਬਹੁਤ ਗੁੱਡ ਹੈ। ਹਾਂਜੀ। ਲੈਟ ਮੀ ਟੈਲ ਯੂ, ਤੂੰ ਆਲਰੇਡੀ ਇੱਥੇ ਮਾਸਟਰਸ ਕਰ ਚੁੱਕਾ। ਹਾਂਜੀ, ਮਾਸਟਰ ਕੀਤੀ ਹੈ ਜੀ 2018 ਚ। ਉਹਦੇ ਬਾਅਦ ਚੋਂ ਯੂ ਹੈਵ ਰਿਟਨ ਦੈਟ ਯੂ ਆਰ ਵਰਕਿੰਗ ਜੀ। 2 ਵਾਰ ਤੇਰੀ ਐਪਲੀਕੇਸ਼ਨ ਰਿਜੈਕਟ ਹੈ ਜੀ। ਇੱਕ ਮੋਡਿਊਲ ਤੇਰਾ 5.5 ਬੈਂਡ ਹੈ। ਹੁਣ ਤੂੰ ਮੌਂਟਰੀਅਲ ਵੀ ਇਸੇ ਕਰਕੇ ਲਗਾਇਆ ਸੀ ਕਿ ਮੈਨੂੰ ਇੱਕ ਮੋਡਿਊਲ 5.5 ਹੈ ਤੇ ਮੇਰਾ ਕਿਤੇ ਦਾ ਲੱਗ ਜਾਏ, ਠੀਕ ਹੈ, ਉਹ ਦਾ ਨਹੀਂ ਲੱਗਾ, ਰਾਈਟ। ਸੋ ਇੱਕ ਚੀਜ਼ ਹੁੰਦੀ ਹੈ ਨਾ ਕਿ ਮੇਰੀ ਪ੍ਰੋਫਾਈਲ ਵਧੀਆ ਹੈ, ਆਪਾਂ ਇੱਕ ਚੀਜ਼ ਅੰਡਰਸਟੈਂਡ ਕਰੀਏ। ਤੁਸੀਂ ਉਹ ਬੱਚਿਆਂ ਨਾਲ ਜਾ ਕੇ ਪੜ੍ਹਨ ਦੀ ਗੱਲ ਕਰ ਰਹੇ ਹੋ ਜਿਹੜੇ ਕਿ ਤੁਹਾਡੇ ਕੋਲ ਉਮਰ ਦੇ ਵਿੱਚ ਹੀ 7-8 ਸਾਲ ਛੋਟੇ ਹੋਣਗੇ। 12ਵੀਂ ਪਾਸ ਸਟੂਡੈਂਟ ਉੱਥੇ ਜਾ ਰਿਹਾ ਪੜ੍ਹਨ ਵਾਸਤੇ, ਗ੍ਰੈਜੂਏਟ ਵੀ ਜਾ ਰਿਹਾ। ਮਾਸਟਰਸ ਤੁਸੀਂ ਆਲਰੇਡੀ ਕਰ ਚੁੱਕੇ ਹੋ, ਸੋ ਟੈਕਨੀਕਲੀ ਯੋਰ ਪ੍ਰੋਫਾਈਲ ਇਜ਼ ਟੈਲਿੰਗ ਮੀ ਕਿ ਤੁਸੀਂ ਜਿੰਨਾ ਪੜ੍ਹਨਾ ਸੀ ਉਹ ਪੜ੍ਹ ਚੁੱਕੇ ਹੋ। ਹਾਂਜੀ, ਰਾਈਟ। ਹੁਣ ਤਾਂ ਸਿਰਫ ਹੈਗਾ ਕਿ PR ਦੇ ਸਿੱਧੇ ਪੁਆਇੰਟ ਨਹੀਂ ਬੰਦੇ ਕਿ ਚਲੋ ਜੀ ਇੱਥੇ ਦੁਖੀ ਹੈ, ਕਿਸੇ ਤਰੀਕੇ ਜਾ ਸਕੇ। ਮੈਂ ਨਹੀਂ ਕਹਿ ਰਿਹਾ, ਆਮ ਸੌਰੀ, ਤੁਹਾਡੀ ਪ੍ਰੋਫਾਈਲ ਦੱਸ ਰਹੀ ਹੈ। ਸੋ ਜੇ ਮੈਨੂੰ ਇਹ ਤੁਹਾਡੀ ਪ੍ਰੋਫਾਈਲ ਦੱਸ ਰਹੀ ਹੈ ਤਾਂ ਵੀਜ਼ਾ ਆਫਿਸਰ ਨੂੰ ਵੀ ਤੇ ਉਹ ਦਿਸ ਰਿਹਾ ਹੈਗਾ। ਬਿਲਕੁਲ ਠੀਕ ਹੈ ਜੀ। ਸੋ ਜੇਕਰ ਤੁਸੀਂ ਕੈਨੇਡਾ ਵਾਸਤੇ ਅਪਲਾਈ ਕਰਨਾ ਚਾਹੁੰਦੇ ਹੋ ਦੈਨ ਯੂ ਨੀਡ ਟੂ ਰੀਸੈਟ ਫॉर द IELTS ਐਂਡ ਗੈਟ ਮੀ ਐ IELTS 6.5 ਓਵਰਆਲ, ਫਿਰ ਮੈਂ ਪ੍ਰੋਫਾਈਲ ਕੈਨੇਡਾ ਵਾਸਤੇ ਲੈ ਸਕਦਾ। ਮਤਲਬ ਆਇਲਸ ਮੈਨੂੰ ਦੁਬਾਰਾ ਕਰਨੀ ਪੈਣੀ ਹੁਣ? ਫॉर ਕੈਨੇਡਾ ਯੈਸ ਕਰਨੀ ਪਏਗੀ ਕਿਉਂਕਿ ਨੈਕਸਟ ਅਵੇਲੇਬਲ ਇਨਟੇਕ ਇਜ਼ ਜਨਵਰੀ 2022 ਔਰ ਤੋਂ ਪਹਿਲੇ ਮੇਰੇ ਕੋਲ ਕੋਈ ਇਨਟੇਕ ਅਵੇਲੇਬਲ ਨਹੀਂਗਾ। ਆਇਲਸ ਦਾ ਤਾਂ ਸਰ ਮੈਂ 2 ਵਾਰੀ ਪਹਿਲਾਂ ਵੀ ਕਰ ਚੁੱਕਾ, ਹੁਣ ਫੇਰ ਐਕਸਪਾਇਰ ਹੋ ਜਾਣੀ ਹੈ ਤੇ ਹੁਣ ਹਿੰਮਤ ਨਹੀਂ ਹੈਗੀ, ਮਤਲਬ ਘਰਦਿਆਂ ਦੀ ਵੀ ਇੰਨੀ ਨਹੀਂ ਸਪੋਰਟ ਹੈਗੀ ਮੈਨੂੰ ਕਿ ਦੁਬਾਰਾ ਮੈਂ ਫੇਰ ਆਇਲਸ ਕਰਾਂ। ਹੁਣ ਤਾਂ ਇਹ ਵੀ ਆ ਕਿ ਘਰਦੇ ਵੀ ਮਤਲਬ ਦੁਖੀ ਹੁੰਦੇ ਆ ਕਿ ਦੇਖ ਕੇ ਵੀ ਪਹਿਲੇ 2 ਵਾਰੀ ਕਰ ਚੁੱਕਾ, ਪੈਸਾ ਖਰਾਬ ਕਰ ਚੁੱਕਾ, ਫੇਰ ਵੀ ਕੁਝ ਬਣਿਆ ਨਹੀਂ। ਆਇਲਸ ਵਾਲਾ ਤਾਂ ਮੇਰਾ ਬਹੁਤ ਜ਼ਿਆਦਾ ਚੱਕਰ ਆ, ਹੁਣ ਮੈਂ ਦੁਬਾਰਾ ਹਿੰਮਤ ਨਹੀਂ ਬਚੀ ਮੇਰੇ 'ਚ ਆਇਲਸ ਕਰਨ ਦੀ। ਯਾਰ ਅਸੀਂ ਬਾਹਰ ਜਾਣਾ ਕਿਉਂ ਹੈ? ਬਾਹਰ ਸਰ ਮਤਲਬ ਅੱਛਾ ਮਤਲਬ ਆਪਣਾ ਫਿਊਚਰ ਸਿਕਿਉਰ ਹੋਵੇ, ਫਿਊਚਰ ਵਧੀਆ ਹੋਵੇ ਸਰ। ਸੈਟਲਮੈਂਟ ਲਈ। ਹਾਂਜੀ। ਸੋ ਜੇਕਰ ਅਸੀਂ ਸੈਟਲਮੈਂਟ ਦੀ ਗੱਲ ਕਰਦੇ ਹਾਂ, ਸੌਖੀ ਤੇ ਨਹੀਂ ਹੋਣੀ, ਜਰਨੀ ਹੋਏਗੀ। ਹਾਂਜੀ। ਐਂਡ ਆਪਾਂ ਬਾਹਰ ਜਾ ਕੇ ਸੈਟਲ ਹੁੰਦੀਆਂ ਗੱਲਾਂ ਕਰਦੇ ਹਾਂ, ਜਿੱਥੇ ਅਸੀਂ ਜੰਮੇ ਆ 20-25 ਸਾਲ ਉਮਰ ਹੋ ਗਈ, ਇੱਥੇ ਨਹੀਂ ਸੈਟਲ ਹੋ ਪਾਏ, ਉੱਥੇ ਜਾ ਕੇ ਸੈਟਲ ਹੋਣਾ ਜਿੱਥੇ ਸਾਨੂੰ ਕੋਈ ਪਿੱਛੇ ਸਪੋਰਟ ਨਹੀਂ ਹੋਣੀ। ਉਹ ਏਡੀ ਵੱਡੀ ਜੰਗ ਹੈ, ਉਹ ਲੜਨ ਨੂੰ ਤਿਆਰ ਆ, ਤੇ ਇੱਕ ਆਇਲਸ ਦੀ ਛੋਟੀ ਜਿਹੀ ਜੰਗ ਲੜਨ ਨੂੰ ਤਿਆਰ ਨਹੀਂ ਆਪਾਂ। ਓਕੇ, ਜੇ ਮੈਂ ਆਇਲਸ ਦੁਬਾਰਾ ਕਰ ਲੈਣਾ ਸਰ ਤਾਂ ਹਾਂਜੀ ਫਿਰ ਮੇਰਾ ਕੈਨੇਡਾ ਦਾ ਹੋ ਸਕਦਾ? ਹਾਂ, 6.5 not less than 6 in each ਲਾਏਗਾ, then I can take this case for the January 2022 intake। ਠੀਕ ਹੈ ਜੀ। ਇੱਕ ਸਰ ਮੈਂ ਟਿਕ USA ਵੀ ਕੀਤਾ ਐਂਡ ਜੇ ਮੈਂ ਕੈਨੇਡਾ ਨਹੀਂ ਕਰਦਾ USA ਲਈ ਸਰ ਮੇਰਾ ਕੀ ਸਕੋਪ ਹੈ? ਓਕੇ, US ਵਾਸਤੇ ਕੀ ਸਕੋਪ ਹੈ? ਸੋ US ਵਾਸਤੇ 2 ਮਿੰਟ ਵਾਸਤੇ ਪ੍ਰੋਫਾਈਲ ਮੈਂ ਸਾਈਡ ਤੇ ਰੱਖ ਦੇਣਾ। ਹਾਂਜੀ। ਰਾਈਟ, ਟੈਲ ਮੀ ਸਮਥਿੰਗ ਅਬਾਊਟ yourself। My name is Rahul Verma and I'm a software engineer and working as a freelancer right now. Okay, why you want to study abroad? I want to study abroad because I want to pursue my education in that colleges. Okay, in USA. Okay, and why USA? Because US is known for good for knowledge, good for everything. US is known for better education from everywhere. Okay, and who will be sponsoring you? My father is sponsoring me. Okay, what is your father or what he do? He is a businessman basically in India. Okay. And we have very good business in India, well established business. What is your father business? My father business basically in IT field. Okay. He is running an IT company. Okay. Ji. So do you work for your father? Yes, I work for my father. So it's the same company? Yeah. So you try to say that you are a freelancer for your own father company? Yes. Okay, so you charge your father? Yes. I'm working for my father's company. Basically, I'm an employee in that company. Okay, on papers? On papers. Otherwise, in reality, that company also belong to you directly or indirectly? Right. Okay.
So that's the new generation. Tell me more about your finances. Finances? What do you mean? I mean, what finances? What kind of? Finances, I mean, how much funds will be available to you during your stay in the United States? Okay. That who will pay your tuition fees? Who will look after your living expenses? My father will do these things. We have, 30 to 40 lakhs spare in our account, so we can manage. So will your father support you in that? Yes. Okay. What is your father monthly income? Basically 10 lakh rupees per annum. Per annum. Yeah. All right. Fine. So Rahul, I can take your case for the US study, okay. right? So मैं तेरा case ले सकदा, मैंने कोई दिक्कत वाली चीज़ नहीं है. ठीक है जी. ਇਹ ਜਿਹੜਾ ਮੈਂ ਤੇਰੇ ਨਾਲ ਸੈਸ਼ਨ ਕੀਤਾ just to check your understanding, just to check your English skills, that how confident you are. Okay. So ਕਿਉਂਕਿ ਮੈਂ ਤੈਨੂੰ ਇੱਕ ਗੱਲ ਕਹੀ ਸੀ ਆ ਸੈਸ਼ਨ ਸ਼ੁਰੂ ਕਰਨ ਤੋਂ ਪਹਿਲੇ, ਪ੍ਰੋਫਾਈਲ ਨੂੰ 2 ਮਿੰਟ ਸਾਈਡ ਦੇ ਉੱਤੇ ਰੱਖ ਦੇ. US ਜਦੋਂ ਤੁਸੀਂ ਅਪਲਾਈ ਕਰਦੇ ਹੋ, ਵਾਟ ਆਰ ਦ ਸਟੈਪਸ? ਸਭ ਤੋਂ ਪਹਿਲੇ ਤੁਸੀਂ ਆਪਣੇ ਐਜੂਕੇਸ਼ਨ ਡਾਕੂਮੈਂਟਸ ਦਿੰਦੇ ਹੋ, ਆਪਣਾ ਪਾਸਪੋਰਟ ਕਾਪੀ ਦਿੰਦੇ ਹੋ, ਆਪਣਾ IELTS ਸਰਟੀਫਿਕੇਟ ਦਿੰਦੇ ਹੋ. ਵੀ ਅਪਲਾਈ ਟੂ ਦ ਡਿਫਰੈਂਟ ਯੂਨੀਵਰਸਿਟੀਜ਼ ਇਨ ਦ ਯੂਨਾਈਟਿਡ ਸਟੇਟਸ ਔਨ ਯੋਰ ਬਿਹਾਫ, ਐਂਡ you give us the authority to apply and to represent you to the universities in the USA. So once you give us the authority to represent your profile with the university in the states, so we apply for the offer letter. Okay. So offer letter time duration is vary university to university. Few universities take only 2 weeks and ਕੁਝ universities ਲੈਂਦੀਆਂ ਨੇ 8 ਤੋਂ 12 ਹਫ਼ਤੇ. So depend ਕਰਦਾ ਕਿਹੜੀ university 'ਚ ਅਸੀਂ apply ਕਰ ਰਹੇ ਹਾਂ. So ਜਦੋਂ ਤੁਹਾਡੀ offer letter ਆ ਜਾਂਦੀ ਹੈ, then you apply for the I-20. US 'ਚ apply ਕਰਨ ਦਾ ਇੱਕ ਬਹੁਤ ਜ਼ਰੂਰੀ ਚੀਜ਼ ਹੈ ਕਿ that ਤੁਸੀਂ ਇੱਕ ਹੀ ਯੂਨੀਵਰਸਿਟੀ ਨਹੀਂ 3-4 ਯੂਨੀਵਰਸਿਟੀ ਅਪਲਾਈ ਕੀਤਾ ਹੋਣਾ ਚਾਹੀਦਾ. ਅੰਬੈਸੀ ਦੇ ਵਿੱਚ ਜਦੋਂ ਤੁਸੀਂ ਇੰਟਰਵਿਊ ਲਈ ਜਾਣਾ ਹੈ, ਉਦੋਂ ਨੇ ਵੀਜ਼ਾ ਆਫਿਸਰ ਨੇ ਇਹ ਦੇਖਣਾ, ਆਰ ਯੂ ਏ ਬੋਨਾਫਾਈਡ ਸਟੂਡੈਂਟ? ਤੁਹਾਨੂੰ ਤੁਹਾਡੇ ਫਾਈਨੈਂਸਿਸ ਬਾਰੇ ਪਤਾ ਹੈ, ਤੁਹਾਨੂੰ ਇਹ ਪਤਾ ਹੈ ਕਿ ਤੁਸੀਂ USA ਪੜ੍ਹਨ ਕਿਉਂ ਜਾ ਰਹੇ ਹੋ. ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਉਹਨੇ ਦੇਖਣੀ ਜਿਹੜਾ ਕੋਰਸ ਤੁਸੀਂ ਕਰਨ ਲਈ ਚੱਲੇ ਹੋ, ਕਰਕੇ ਵਾਪਸ ਆਓਗੇ ਕਿ ਤੁਹਾਡੀਆਂ ਇੰਟੈਂਸ਼ਨ USA ਰਹਿਣ ਦੀ ਹੈ. ਕਿਉਂਕਿ ਜੇ ਉਹਨੂੰ ਲੱਗਾ ਕਿ ਤੁਹਾਡੀਆਂ ਇੰਟੈਂਸ਼ਨ ਉੱਥੇ ਰਹਿਣ ਦੀ ਹੈ, ਤੁਹਾਨੂੰ ਵੀਜ਼ਾ ਨਹੀਂ ਮਿਲਣਾ. ਜੇਕਰ ਉਹਨੂੰ ਇਹ ਕਲੀਅਰ ਹੋ ਗਿਆ ਕਿ ਹਾਂ ਤੇ ਤੁਸੀਂ ਉੱਥੇ ਪੜ੍ਹਨ ਲਈ ਚੱਲੇ ਹੋ ਔਰ ਪੜ੍ਹ ਕੇ ਵਾਪਸ ਆਣਾ ਹੈ, then there is no issue at all. ਫਾਈਨੈਂਸਿਸ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਤੁਹਾਨੂੰ ਸਪਾਂਸਰ ਕੌਣ ਕਰ ਰਿਹਾ ਹੈ. ਤੁਹਾਨੂੰ ਸਕਾਲਰਸ਼ਿਪ ਮਿਲੀ ਹੈ ਕਿ ਤੁਹਾਨੂੰ ਤੁਹਾਡੇ ਪੇਰੈਂਟਸ ਕਰ ਰਹੇ ਆ ਸਪਾਂਸਰ? ਅੱਛਾ, ਪੇਰੈਂਟਸ ਸਪਾਂਸਰ ਕਰ ਰਹੇ ਤੇ ਪੇਰੈਂਟਸ ਦੇ ਫਾਈਨੈਂਸਿਸ ਬਾਰੇ ਤੁਹਾਨੂੰ ਪਤਾ ਹੈ, ਉਹਨਾਂ ਦੀ ਮੰਥਲੀ ਇਨਕਮ ਕੀ ਹੈ, ਈਅਰਲੀ ਇਨਕਮ ਕੀ ਹੈ, ਉਹਨਾਂ ਦੇ ਐਕਸਪੈਂਸ ਕੀ ਹੈ, ਕਿਸ ਤਰੀਕੇ ਦਾ ਬਿਜ਼ਨਸ ਰਨ ਕਰਦੇ ਆ. ਕਿਉਂਕਿ ਨਾਰਮਲੀ ਤੁਹਾਡੀ ਏਜ ਦੇ ਵਿੱਚ ਕੀ ਹੁੰਦਾ ਕਿ ਵੀ ਪੇਰੈਂਟਸ ਦੀਆਂ ਬਹੁਤ ਸਾਰੀਆਂ ਚੀਜ਼ਾਂ ਪਤਾ ਨਹੀਂ ਹੁੰਦੀਆਂ, ਬਟ ਵੈਨ ਯੂ ਆਰ ਰਿਪਰੈਜ਼ੈਂਟਿੰਗ ਯੋਰਸੈਲਫ ਇਨ ਦਾ ਹਾਈ ਕਮਿਸ਼ਨ, ਤੇ ਉਹਦੇ 'ਚ ਉਹ ਵੀਜ਼ਾ ਆਫਿਸਰ ਐਕਸਪੈਕਟ ਕਰਦਾ ਇੱਕ ਜੈਨੂਇਨ ਸਟੂਡੈਂਟ ਕੋ ਕਿ ਇਸ ਸਟੂਡੈਂਟ ਨੂੰ A to Z ਆਪਣੇ ਘਰ ਦੇ ਫਾਈਨੈਂਸਿਸ ਦਾ ਪਤਾ ਹੋਵੇ. ਉਹ ਇਸ ਕਰਕੇ ਪਤਾ ਹੋਵੇ ਕਿ ਇਹ ਤਾਂ ਨਹੀਂ ਹੋਏਗਾ ਕਿ ਤੂੰ USA ਤੋਂ ਚੱਲ ਜਾਏਗਾ ਤੇ ਬਾਅਦ 'ਚੋਂ ਪਤਾ ਲੱਗੇਗਾ ਕਿ ਫਾਦਰ ਫੀਸ ਨਹੀਂ ਭੇਜ ਸਕਦੇ ਕਿਉਂਕਿ ਜੀ ਇੱਥੇ ਬਿਜ਼ਨਸ ਦੇ ਵਿੱਚ ਪ੍ਰੋਬਲਮ ਆ ਰਹੀ ਹੈ. ਕਿ ਤੁਹਾਡੇ ਕੋਲ ਸਫੀਸ਼ੀਐਂਟ ਪੈਸੇ ਹੈ ਕਿ ਜਿੰਨਾ ਤੇਰਾ ਕੋਰਸ ਹੈ ਤੂੰ ਉਹਦੇ ਪੈਸੇ ਉੱਥੇ ਤਾਰ ਸਕਦਾ ਮੈਂ ਵਿਦਆਊਟ ਐਨੀ ਟਰਬਲ, ਕਿ ਪੇਰੈਂਟਸ ਦੀ ਫੁੱਲ ਫਲੈਜ ਸਪੋਰਟ ਹੈ ਕਿ ਨਹੀਂ ਹੈ. ਬੋਨਾਫਾਈਡ ਸਟੂਡੈਂਟ ਕਿ ਵੀ ਤੂੰ ਚੰਗੀ ਤਰ੍ਹਾਂ ਰਿਸਰਚ ਕੀਤੀ ਹੈ, ਇੱਕ ਯੂਨੀਵਰਸਿਟੀ ਨਹੀਂ ਅਪਲਾਈ ਕੀਤਾ, ਮਲਟੀਪਲ ਯੂਨੀਵਰਸਿਟੀ ਅਪਲਾਈ ਕੀਤਾ, ਐਂਡ ਦੈਨ 3-4 ਯੂਨੀਵਰਸਿਟੀਜ਼ ਅਪਲਾਈ ਕਰਨ ਤੋਂ ਬਾਅਦ ਜਿਹੜੀ ਯੂਨੀਵਰਸਿਟੀ ਤੂੰ ਚੂਜ਼ ਕੀਤੀ ਹੈ ਉਹਦੇ ਵਿੱਚ ਜਿਹੜਾ ਕੋਰਸ ਸਿਲੈਕਟ ਕੀਤਾ ਹੈ ਉਹ ਕਿਉਂ ਕੀਤਾ ਹੈ, ਬਾਕੀ ਤਿੰਨਾਂ ਦੇ ਵਿੱਚ ਕਿਉਂ ਨਹੀਂ ਕੀਤਾ. ਤੋ ਇਹ ਜਿਹੜਾ ਕੋਰਸ ਉੱਥੇ US ਕਰਨ ਲਈ ਚੱਲੇ ਉਹ ਇੰਡੀਆ 'ਚ ਕਿਉਂ ਨਹੀਂ, ਆਸਟ੍ਰੇਲੀਆ ਕਿਉਂ ਨਹੀਂ, ਕੈਨੇਡਾ ਕਿਉਂ ਨਹੀਂ, USA ਕਿਉਂ? ਇਹ ਰਿਸਰਚ ਤੇਰੀ ਆਪਣੀ ਹੋਣੀ ਜ਼ਰੂਰੀ ਹੈ. ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਤੇਰੇ ਕੰਨਾਂ ਨੂੰ ਅਮਰੀਕਨ ਐਕਸੈਂਟ ਦੀ ਆਦਤ ਹੋਣੀ ਚਾਹੀਦੀ ਹੈ. ਅਸੀਂ ਨੈਟਫਲਿਕਸ ਦੇ ਉੱਤੇ ਜਾਂ ਬਾਕੀ ਦੇ ਉੱਤੇ ਜਿੰਨੇ ਵੀ ਸੀਰੀਜ਼ ਦੇਖਦੇ ਉਹ 'ਚ ਹਾਲੀਵੁੱਡ ਦੀਆਂ ਆਪਣੀਆਂ ਜਿਹੜੀਆਂ ਮੈਂ ਸੀਰੀਜ਼ ਜ਼ਰੂਰ ਦੇਖੋ. ਦੈਟ ਇਜ਼ ਦ ਇੰਟਰਵਿਊ ਪ੍ਰੈਪਰੇਸ਼ਨ. ਵੀਜ਼ਾ ਆਫਿਸਰ ਤੁਹਾਡੇ ਕੋਲੋਂ ਡਿਊਰਿੰਗ ਦ ਵੀਜ਼ਾ ਕਈ ਵਾਰੀ ਅਨਐਕਸਪੈਕਟਡ ਕੁਐਸਚਨਸ ਵੀ ਪੁੱਛ ਸਕਦਾ ਹੈ. ਉਹ ਵੀ ਪੁੱਛ ਸਕਦਾ ਹਾਊਜ਼ ਵੈਦਰ ਆਊਟਸਾਈਡ, ਟੈਲ ਮੀ ਮੋਰ ਅਬਾਊਟ ਯੋਰ ਫੈਮਿਲੀ, ਹਾਊ ਮੈਨੀ ਕਜ਼ਨਸ ਯੂ ਹੈਵ, ਤੁਹਾਡੇ ਫਰੈਂਡਸ ਕਿੰਨੇ, ਹਾਊ ਮੈਨੀ ਫਰੈਂਡਸ ਯੂ ਆਰ, ਹੂ ਇਜ਼ ਯੋਰ ਬੈਸਟ ਫਰੈਂਡ. ਜਿਵੇਂ IELTS ਦਾ ਤੁਸੀਂ ਐਗਜ਼ਾਮ ਦੇਣ ਗਏ, ਸਪੀਕਿੰਗ ਦੇ ਵਿੱਚ ਕੋਈ ਵੀ ਕਿਊ ਕਾਰਡ ਆ ਸਕਦਾ, ਕਿਤੋਂ ਵੀ ਆ ਸਕਦਾ. ਵਾਟ ਦੇ ਵਾਂਟ ਟੂ ਨੋ ਇਜ਼ ਅੰਡਰਸਟੈਂਡ ਇਜ਼ ਤੁਹਾਡੇ ਸਪੀਕਿੰਗ ਸਕਿੱਲਸ ਕਿੰਨੇ ਵਧੀਆ, ਉਹਦੇ ਬੇਸਿਸ ਦੇ ਉੱਤੇ ਤੁਹਾਨੂੰ ਮਾਰਕਸ ਮਿਲਦੇ ਆ. ਸੋ ਜਦੋਂ ਤੁਸੀਂ US ਦੀ ਇੰਟਰਵਿਊ ਲਈ ਜਾਂਦੇ ਹੋ, ਇਟਸ ਦ ਸੇਮ ਥਿੰਗ, nothing else, same thing, it's your presence of mind and confidence. Why I said मैं तेरा केस लेने ਨੂੰ ਤਿਆਰ ਹਾਂ, looking at your confidence level. ਜੀ
ਕਿ ਜਿਹੜਾ ਕੌਨਫੀਡੈਂਸ ਮਤਲਬ ਜਿਹਨੂੰ ਕਹਿੰਦੇ ਨਾ ਹਾਜ਼ਰ ਜਵਾਬ, ਹਾਂਜੀ ਜਿਹੜਾ ਬੰਦਾ ਕੌਨਫੀਡੈਂਸ ਕੈਰੀ ਕਰ ਰਿਹਾ, ਜਿਸ ਬੰਦੇ 'ਚ ਕੌਨਫੀਡੈਂਸ ਹੈ ਉਹਨੂੰ ਜਿਹੜਾ ਵਾ ਮੈਨੂੰ ਲੱਗਦਾ ਕਿ ਸਕਸੈਸ ਮਿਲਦੀ ਹੈ। ਵੀਜ਼ਾ ਆਫਿਸਰ ਨੇ 2 ਤੋਂ 4 ਮਿੰਟ, ਇਹ ਤੋਂ ਜ਼ਿਆਦਾ ਟਾਈਮ ਨਹੀਂ ਦੇਣਾ। ਓਕੇ 2 ਤੋਂ 4 ਮਿੰਟ ਹੈ। ਐਂਡ ਜੇ ਤੁਸੀਂ ਕਹੋ ਕੋਈ ਤੁਹਾਡਾ ਏਜੰਟ ਵੀਜ਼ਾ ਲਵਾ ਦੇ, ਨਾ, ਵੀਜ਼ਾ ਤੁਸੀਂ ਆਪਣਾ ਖੁਦ ਲਵਾਉਂਦੇ ਹੋ, ਠੀਕ ਹੈ ਕਿਉਂਕਿ ਉਹ 4 ਮਿੰਟ ਜਾਂ 2 ਮਿੰਟ ਵੀਜ਼ਾ ਆਫਿਸਰ ਦੇ ਸਵਾਲਾਂ ਦਾ ਜਵਾਬ ਦੇ ਦਿੱਤਾ, ਯੋਰ ਵੀਜ਼ਾ ਵਿਲ ਬੀ ਐਕਸੈਪਟਡ। ਉਹਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ, ਹੋ ਸਕਦਾ ਵੀਜ਼ਾ ਰਿਜੈਕਟ ਹੋ ਜਾਏ। ਐਂਡ ਵੀਜ਼ਾ ਆਫਿਸਰ ਸਿਰਫ ਇਹ ਦੇਖਣਾ ਚਾਹੁੰਦਾ, ਆਰ ਯੂ ਏ ਜੈਨੂਇਨ ਸਟੂਡੈਂਟ ਔਰ ਨਾਟ। ਇਫ ਯੂ ਆਰ ਰੀਅਲੀ ਜੈਨੂਇਨ ਸਟੂਡੈਂਟ, ਤੁਸੀਂ ਕਿਸੇ ਡੀਸੈਂਟ ਯੂਨੀਵਰਸਿਟੀ 'ਚ ਕੋਰਸ ਲਈ ਅਪਲਾਈ ਕੀਤਾ ਹੋਇਆ, ਆਈ ਡੋਂਟ ਸੀ ਐਨੀ ਪ੍ਰੋਬਲਮ ਇਨ ਯਰ ਐਪਲੀਕੇਸ਼ਨ। ਠੀਕ ਹੈ, ਜਿਵੇਂ ਹੁਣ ਤੁਸੀਂ ਮੇਰਾ 4-5 ਮਿੰਟ ਦਾ ਇੰਟਰਵਿਊ ਲਿਆ, ਕੌਨਫੀਡੈਂਟਲੀ ਜੋ ਵੀ ਮੈਂ ਆਨਸਰ ਕੀਤੇ, ਬਸ ਇਹੀ ਚੀਜ਼ ਹੋਣੀ ਚਾਹੀਦੀ। ਬਾਕੀ ਆਥੈਂਟਿਕ ਵੀ ਹੋਣਾ ਚਾਹੀਦਾ ਕਿ ਹਾਂਜੀ ਮੈਂ ਜਿਹੜਾ ਸਵਾਲਾਂ ਦੇ ਥੋੜ੍ਹੇ ਜਵਾਬ ਦੇ ਰਿਹਾ ਉਹ ਵਾਕਈ ਮੈਨੂੰ ਸਾਰੀ ਨੌਲੇਜ ਹੈ, ਤਾਂ ਇਸ ਬੇਸ ਤੋਂ ਹੀ ਸਿਰਫ ਹੋ ਜਾਏਗਾ। ਕਰੈਕਟ। ਤੁਸੀਂ ਕੈਨੇਡਾ ਅਪਲਾਈ ਕੀਤਾ? ਹਾਂਜੀ ਕੈਨੇਡਾ ਤੇ ਤੁਹਾਡੇ ਪੇਪਰ ਬੇਸ ਦੇ ਉੱਤੇ ਉਹਨੇ ਡਿਸਾਈਡ ਜੀ, ਕੀਤੀ ਜੀ। ਐਪਲੀਕੇਸ਼ਨ ਵੀਜ਼ਾ ਦੇਣਾ ਕਿ ਨਹੀਂ ਦੇਣਾ। ਯੂਐਸ ਦੇ ਵਿੱਚ ਉਹਨੇ ਤੁਹਾਨੂੰ ਦੇਖ ਕੇ ਡਿਸੀਜਨ ਲੈਣਾ ਕਿ ਵੀਜ਼ਾ ਦੇਣਾ ਕਿ ਨਹੀਂ ਦੇਣਾ। ਇੰਟਰਵਿਊ ਤੇ ਮੈਂ ਜਿੰਨਾ ਕੌਨਫੀਡੈਂਟ ਹੈ, ਜੋ ਵੀ ਮੈਂ ਇਨਫੋਰਮੇਸ਼ਨ, ਇਫ ਯੂ ਆਰ ਕੌਨਫੀਡੈਂਟ then you can apply for the US university। ਮੈਂ ਉਸੇ ਗੱਲ ਤੋਂ ਹੈਰਾਨ ਸੀ ਸਰ ਕਿ ਮੇਰੀ ਪ੍ਰੋਫਾਈਲ ਇੰਨੀ ਅੱਛੀ ਹੈ ਤੇ USA ਲਈ ਹੁਣ ਮਤਲਬ ਇੰਟਰਵਿਊ ਤੁਸੀਂ ਲਿਆ ਹੈ ਨਾ, ਤੇ ਹੁਣ ਪ੍ਰੋਫਾਈਲ ਦੇਖ ਕੇ ਤੁਸੀਂ ਸਾਈਡ ਤੇ ਕਰਤੀ। ਮੈਂ ਤਾਂ ਹੈਰਾਨ ਹੋ ਗਿਆ, ਮੈਂ ਕਿਹਾ ਪ੍ਰੋਫਾਈਲ ਮੇਰੀ ਇੰਨੀ ਅੱਛੀ, ਪੇਪਰ ਨਹੀਂ ਦੇਖ ਰਹੇ ਤੁਸੀਂ ਇਹ ਦੇਖ ਰਹੇ ਹੋ ਕਿ ਹਾਂਜੀ ਮੇਰਾ ਇੰਟਰਵਿਊ ਲੈਣਾ ਸਟਾਰਟ ਕਰਤਾ ਹੈ ਨਾ, ਕਿ ਹਾਂਜੀ ਮੈਨੂੰ ਤਾਂ ਹੁਣ ਸਮਝ ਆਈ ਵੀ ਇਹਦਾ ਇਹ ਰੀਜ਼ਨ ਵੀ ਹੋ ਸਕਦਾ। ਐਬਸੋਲੂਟਲੀ ਕਿਉਂਕਿ ਇਹਦੇ 'ਚ ਹੈ ਸਿਰਫ ਔਰ ਸਿਰਫ your presence of mind and your knowledge about yourself। ਠੀਕ ਹੈ, your knowledge about yourself because you are representing yourself, that is all। ਓਕੇ ਥੈਂਕ ਯੂ ਸਰ। ਫਿਰ ਮੈਂ ਹੁਣ ਡਾਕੂਮੈਂਟ ਵਗੈਰਾ USA ਲਈ ਕਰ ਸਕਦਾ, ਰਾਈਟ? So we need all of your education documents, your passport bio pages, ठीक है। your IELTS certificate, 2 recommendation letters, Okay जी। and 1 SOP to apply to a decent university। ਠੀਕ ਹੈ ਜੀ, Thank you। ਓਕੇ ਥੈਂਕ ਯੂ ਸਰ, Thank you ਸੋ ਮਚ। Okay ਰਾਹਤ, thank you। ਇਹ ਸਟੂਡੈਂਟ ਦੀ ਪ੍ਰੋਫਾਈਲ 'ਚ ਸਭ ਤੋਂ ਵਧੀਆ ਚੀਜ਼ ਸੀਗਾ ਸਟੂਡੈਂਟ ਦਾ ਆਪਣਾ ਕੌਨਫੀਡੈਂਸ। ਸਾਡੇ ਕੋਲ ਰੋਜ਼ ਸਟੂਡੈਂਟਸ ਆਉਂਦੇ ਆ, ਪੁੱਛਦੇ ਆ ਕਿ ਮੇਰਾ USA ਦਾ ਵੀਜ਼ਾ ਲੱਗ ਜਾਏਗਾ, ਮੇਰਾ ਜੀ ਮੈਂ IELTS ਨਹੀਂ ਕੀਤੀ, ਕੀ ਮੇਰਾ ਵੀਜ਼ਾ ਲੱਗ ਜਾਏਗਾ, ਮੇਰੀ IELTS ਐਕਸਪਾਇਰ ਹੋ ਗਈ ਹੈ, ਕੀ ਮੇਰਾ ਵੀਜ਼ਾ ਲੱਗ ਜਾਏਗਾ, ਮੇਰਾ ਜੀ ਪਹਿਲੇ 2 ਵਾਰੀ ਕੈਨੇਡਾ ਰਿਜੈਕਟ ਹੋ ਗਿਆ, 1 ਵਾਰ ਆਸਟ੍ਰੇਲੀਆ ਰਿਜੈਕਟ ਹੋ ਗਿਆ, 1 ਵਾਰ ਨਿਊਜ਼ੀਲੈਂਡ ਰਿਜੈਕਟ ਹੋ ਗਿਆ, ਕੀ ਮੇਰਾ ਵੀਜ਼ਾ ਲੱਗ ਜਾਏਗਾ। ਮਾਈ ਆਨਸਰ ਇਜ਼ ਆਈ ਡੋਂਟ ਨੋ। ਵੀਜ਼ਾ ਲੱਗੇਗਾ ਜਾਂ ਵੀਜ਼ਾ ਨਹੀਂ ਲੱਗੇਗਾ ਉਹ ਸਟੂਡੈਂਟ ਦੇ ਆਪਣੇ ਹੱਥ ਦੇ ਵਿੱਚ ਹੈ। US ਦੇ ਵਿੱਚ ਜਦੋਂ ਤੁਸੀਂ ਐਮਬੈਸੀ 'ਚ ਇੰਟਰਵਿਊ ਵਾਸਤੇ ਜਾਂਦੇ ਹੋ, ਤੁਹਾਡੇ ਨਾਲ ਕੋਈ ਵੀ ਬੰਦਾ ਨਹੀਂ ਜਾਂਦਾ। ਵੀਜ਼ਾ ਆਫਿਸਰ ਕੀ ਦੇਖਣਾ ਚਾਹੁੰਦਾ? ਪਹਿਲੀ ਚੀਜ਼ ਕਿ ਤੁਸੀਂ ਕੀ ਕਰਨ ਲਈ ਚੱਲੇ ਹੋ, ਪੜ੍ਹਾਈ ਕਰਨ ਚੱਲੇ ਹੋ, ਉਹਦੇ ਬਾਰੇ ਕਿੰਨੀ ਕੁ ਰਿਸਰਚ ਕੀਤੀ ਹੋਈ ਹੈ ਔਰ ਕਿੰਨੀਆਂ ਯੂਨੀਵਰਸਿਟੀ 'ਚ ਅਪਲਾਈ ਕੀਤਾ ਹੈ। ਐਂਡ ਜਿੰਨੀਆਂ ਯੂਨੀਵਰਸਿਟੀ 'ਚ ਅਪਲਾਈ, ਐਂਡ ਉਹ ਵੀਜ਼ਾ ਆਫਿਸਰ ਐਕਸਪੈਕਟ ਕਰਦਾ ਕਿ ਇੱਕ ਜੈਨੂਇਨ ਸਟੂਡੈਂਟ ਜਿਹੜਾ ਹੈ ਉਹ 3-4 ਯੂਨੀਵਰਸਿਟੀ 'ਚ ਅਪਲਾਈ ਕਰਦਾ, ਇੱਕ ਯੂਨੀਵਰਸਿਟੀ 'ਚ ਅਪਲਾਈ ਨਹੀਂ ਕਰਦਾ। ਸੋ ਉਹ ਤੁਹਾਡਾ ਤੁਸੀਂ ਕਿੰਨੀ ਜਗ੍ਹਾ ਅਪਲਾਈ ਕੀਤਾ, ਐਂਡ ਉਹ ਲੈਟਸ ਸੇ 3 ਜਗ੍ਹਾ ਅਪਲਾਈ ਕੀਤਾ ਜਾਂ 4 ਜਗ੍ਹਾ ਅਪਲਾਈ ਕੀਤਾ, ਉਹਦੇ 'ਚੋਂ ਆ ਇੱਕ ਯੂਨੀਵਰਸਿਟੀ ਕਿਉਂ ਸਿਲੈਕਟ ਕੀਤੀ ਹੈ, ਇਹਦੇ 'ਚ ਕੀ ਇਹਦੀਆਂ ਕੀ ਖੂਬੀਆਂ ਨੇ। ਆਰ ਯੂ ਏ ਜੈਨੂਇਨ ਸਟੂਡੈਂਟ ਔਰ ਨਾਟ, ਉਹ ਇਹ ਪਹਿਲੇ ਸਵਾਲ 'ਚੋਂ ਉਹ ਦੇਖਦਾ ਪਿਆ। ਦੂਸਰਾ, ਤੁਸੀਂ ਇਹ ਜਿਹੜੀ ਸਿਲੈਕਸ਼ਨ ਕੀਤੀ ਹੈ ਆਫਟਰ ਯੋਰ ਥੋਰੋ ਰਿਸਰਚ, ਇਹਦੇ 'ਚ ਜਿਹੜਾ ਖਰਚਾ ਆਣਾ ਤੁਹਾਨੂੰ ਤੁਹਾਡੇ ਪਰਿਵਾਰ ਦੇ ਫਾਈਨੈਂਸਿਸ ਅਲਾਉ ਕਰਦੇ ਹੈ ਕਿ ਸਟੇਟਸ ਜਾ ਕੇ ਪੜ੍ਹਨਾ ਐਂਡ ਪੜ੍ਹ ਕੇ ਵਾਪਿਸ ਆ ਜਾਣਾ। ਜਿਹੜਾ ਕਿ ਤੀਸਰਾ ਹੈ ਕਿ ਵੀ ਵੀਜ਼ਾ ਆਫਿਸਰ ਇਹ ਦੇਖਣਾ ਚਾਹੁੰਦਾ ਕਿ ਤੁਹਾਡੀ ਇੰਟੈਂਸ਼ਨ ਉੱਥੇ ਪੜ੍ਹਾਈ ਦੀ ਹੈ ਜਾਂ ਸੈਟਲਮੈਂਟ ਦੀ ਹੈ। ਉਹਨੇ ਇਹ ਦੇਖਣਾ ਹੈ ਕਿ ਇਹ ਸਟੂਡੈਂਟ ਪੜ੍ਹਨ ਚੱਲਿਆ ਔਰ ਪੜ੍ਹ ਕੇ ਵਾਪਿਸ ਆਏਗਾ, ਉਹਨੂੰ ਵੀਜ਼ਾ ਦੇਣ 'ਚ ਕੋਈ ਪ੍ਰੋਬਲਮ ਨਹੀਂ ਹੈ। ਹੋਰ ਉਹਨੇ ਕੁਝ ਵੀ ਚੀਜ਼ਾਂ ਨਹੀਂ ਦੇਖਣੀਆਂ। ਡਾਕੂਮੈਂਟੇਸ਼ਨ, ਤੁਹਾਡੇ ਹੱਥ ਸਾਰੇ ਡਾਕੂਮੈਂਟਸ ਹੋਣੇ ਚਾਹੀਦੇ ਹੈ ਰਿਲੇਟਿਡ ਟੂ ਯੋਰ ਐਜੂਕੇਸ਼ਨ, ਰਿਲੇਟਿਡ ਟੂ ਯੋਰ ਫਾਈਨੈਂਸਿਸ, ਰਿਲੇਟਿਡ ਟੂ ਯੋਰ ਰਿਸਰਚ, ਰਿਲੇਟਿਡ ਟੂ ਹੋਰ ਤੁਹਾਡੀਆਂ ਕਿਹੜੀਆਂ ਯੂਨੀਵਰਸਿਟੀ ਤੋਂ ਤੁਹਾਡੀਆਂ ਆਫਰ ਲੈਟਰਸ ਆਈਆਂ। ਕੋਈ ਵੀ ਇੱਕ ਡਾਕੂਮੈਂਟ ਦੀ ਘਾਟ ਤੁਹਾਡਾ ਵੀਜ਼ਾ ਰਿਜੈਕਟ ਕਰਾ ਸਕਦੀ ਹੈ। ਆਪਾਂ ਕਈ ਵਾਰੀ ਜਦੋਂ ਇੰਗਲਿਸ਼, ਜਿੱਦਾਂ ਪੰਜਾਬੀ 'ਚ ਗੱਲ ਕਰ ਰਹੇ ਹਾਂ, ਬਹੁਤ ਇੱਕ ਸਮੂਥਲੀ ਜਿੱਦਾਂ ਦਿਮਾਗ 'ਚ ਗੱਲ ਆਈ ਜਾ ਰਹੀ ਹੈ ਬੋਲੀ ਜਾ ਰਿਹਾ। ਸੋ ਇਸੇ ਤਰੀਕੇ ਦੇ ਨਾਲ ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਹੋਣੇ ਚਾਹੀਦੇ ਹੈ। ਇਫ ਯੂ ਹੈਵ ਅ ਗੁੱਡ ਕਮਿਊਨੀਕੇਸ਼ਨ ਸਕਿੱਲਸ, ਤੁਹਾਡੀ ਇੰਗਲਿਸ਼ ਚੰਗੀ ਹੈ, ਤੁਸੀਂ ਆਇਲਸ ਕੀਤਾ ਹੋਇਆ ਹੈ ਜਾਂ ਆਇਲਸ ਨਹੀਂ ਕੀਤਾ ਹੈ, ਫਰਕ ਨਹੀਂ ਪਏਗਾ। ਤੁਹਾਡੇ ਆਇਲਸ ਦੇ ਵਿੱਚ 6.5-7 ਬੈਂਡ ਹੈ,
ਬਟ ਤੁਹਾਡਾ ਕੌਨਫੀਡੈਂਸ ਬਿਲਕੁਲ ਜ਼ੀਰੋ ਹੈ, ਆਪਣੇ ਉੱਤੇ ਵਿਸ਼ਵਾਸ ਜ਼ੀਰੋ ਹੈ, ਐਂਡ ਤੁਸੀਂ ਉਸ ਟਾਈਮ ਤੇ ਜਿਹੜਾ ਵੀਜ਼ਾ ਆਫਿਸਰ ਨੇ 2 ਤੋਂ 4 ਮਿੰਟ ਤੁਹਾਡੀ ਇੰਟਰਵਿਊ ਲੈਣੀ ਹੈ, ਤੁਸੀਂ ਉਹਦੇ ਸਵਾਲਾਂ ਦੇ ਜਵਾਬ ਚੰਗੀ ਤਰ੍ਹਾਂ ਨਹੀਂ ਦੇ ਪਾਏ, ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਜਾਏਗੀ। ਹੋਰ ਕੋਈ ਵੀ ਇਹਦੇ ਵਿੱਚ ਰੌਕਟ ਸਾਇੰਸ ਨਹੀਂ ਹੈ। ਸੋ ਜਿਸ ਤਰੀਕੇ ਰਾਹੁਲ ਦਾ ਕੇਸ ਸੀਗਾ, ਰਾਹੁਲ ਦੇ ਕੇਸ ਸਭ ਤੋਂ ਵਧੀਆ ਚੀਜ਼ ਸੀਗਾ ਉਹਦਾ ਕੌਨਫੀਡੈਂਸ। ਸੋ ਜੇਕਰ ਤੁਹਾਡੇ 'ਚ ਵੀ ਇੰਨਾ ਹੀ ਕੌਨਫੀਡੈਂਸ ਹੈ, ਤੁਸੀਂ ਵੀ USA ਜਾਣ ਵਾਸਤੇ ਅਪਲਾਈ ਕਰ ਸਕਦੇ ਹੋ। ਥੈਂਕ ਯੂ।